ਵਾਹਿਗੁਰੂ ਸਾਹਿਬ ਜੀਓ। तेरे पवन पवन गुण कहे कहे गावा, तू साहेब गुणी निधाना। तुमरी महिमा बरन ना सको, तू ठाकुर ऊच भगवाना। तुमरी महिमा बरन ना सको, तू ठाकुर ऊच भगवान। बेसुमार अथाह अगनत अतुल, ज्यों बुलावो त्यों नानक दास बोले। ज्यों बुलावो त्यों नानक दास बोले। गुरु बख्शी फतेह बुलाओ जियो। वाहिगुरु जी का खालसा, वाहिगुरु जी की फतेह। गुरु ग्रंथ साहिब महाराज सतगुरु सच्चे पातशाह दी निੱਘੀ पावन गोद अंदर शोभायमान गुरु सवारी प्यारी साध संगत जीओ, असी सारे वडभागी हाँ कि सानू महाराज ने दिन भर चों आ कुछ जिंदगी दे पल सुरत दा सफर शब्द वाले पासे करन लई बख्शिश कीते। क्योंकि जो सफर है वो सुरत दा है। शरीर भावें सफर करके गुरुद्वारे आ गया, जे सुरत ना रही तो सफर करके भी नहीं होया। क्योंकि सुरत जो नहीं ना, जो मेन सफर करना है शब्द वाले पासे वो सुरत ने करना है। आओ गुरु चरणों च अरदास कर बैठिए, मालिक सुरत दे कुछ कदम मैं तेरे वाले पासे आ सका, मैं शब्द की नेड़ता च आ सका। शब्द कीर्तन आप जी बड़े प्यार सहित सुन रहे सी। अमृत बचन गुरु अमरदास पातशाह की वडियाई विच जो भट्ट साहबान ने उन्होंने दे आपां आरंभे सन। क्योंकि 25 मई को गुरु अमरदास जी का प्रकाश दिहाड़ा आ रहा है, तो ऐसे सतगुरु के गुणगान करिए, ऐसे सतगुरु नूं जी आया आखिए, दिल दीआं गहराइयां चों उन्हां दे गुणां नूं जान के उन्हां अगे सिर झुकाइए। हजूर दे बचन सन गुरु अमरदास परसिए पोहम पातक बेनासै, गुरु अमरदास परसिए सिद्ध साधक आसासै, गुरु अमरदास परसिए ध्यान लईए पौ मुकै, गुरु अमरदास परसिए अपाओ लभै गाँव चुकै। एक बिन दुगण जो तौर है, जा सुमंत्र मानवैल है। जालपा जालप भट्ट ने जो कह रहे हैं गुरु की वडियाई विच, जालपा पदार्थ इतड़े गुरु अमरदास डिठा मिला है। ये जालप भट्ट आख गुरु अमरदास पातशाह के दर ते आ पदार्थ भी पै ने मना। जे गुरु अमरदास पातशाह के दर दरवाजे ते आके तू उन्हां दे दर्शन कर हाथ जोड़ के मंग लै ते आ पदार्थ भी झोली च पैणगे। वो किहड़े? पहला पदार्थ गुरु अमरदास परसिए पोहम पातक विनाश है। पोहम आ धरती दे पातक पाप
ਜੋ ਜੀਵਾਂ ਦੇ ਮਨ ਪਾਪ ਨਾਲ ਭਰ ਗਏ ਨੇ, ਜੇ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ ਨੂੰ ਪਕੜ ਲਈਏ, ਸਪਰਸ਼ ਕਰ ਜਾਈਏ ਸੁਰਤ ਕਰਕੇ, ਤੇ ਇਹ ਮਨ ਪਾਪਾਂ ਤੋਂ ਹੌਲਾ ਹੋ ਜਾਂਦਾ, ਪਾਪਾਂ ਤੋਂ ਰਹਿਤ ਹੋ ਜਾਂਦਾ। ਇਹ ਵੀ ਇੱਕ ਪਦਾਰਥ ਉਹਨਾਂ ਨੇ ਦੇਖਿਆ ਜਿਹੜਾ ਸਾਨੂੰ ਕਦੀ ਨਜ਼ਰ ਨਹੀਂ ਆਇਆ। ਖਿਆਲ ਕਰਿਓ, ਬੰਦਾ ਕਿਤਾਬਾਂ ਪੜ੍ਹ ਕੇ ਵਿਦਵਾਨ ਹੋਣਾ ਚਾਹੁੰਦਾ, ਪਰ ਵਿਦਵਤਾ ਦੇ ਅਨੁਸਾਰ ਜਿਹੜਾ ਹੰਕਾਰ ਬੰਦੇ ਦੇ ਅੰਦਰ ਆ ਜਾਏ, ਉਹਦੇ ਤੋਂ ਮੁਕਤ ਹੋਣਾ ਇਹ ਕਦੀ ਖਿਆਲ ਚਾਹੁੰਦਾ ਅਰਦਾਸ ਕਰਾਂ। ਕਿਸੇ ਵਿਰਲੇ ਦੇ ਚਿੱਤ ਚ ਆਉਂਦਾ, ਦੁਨੀਆ ਦਾ ਧਨ ਮੰਗਣਾ ਹਰ ਇੱਕ ਦੇ ਚੇਤੇ ਚ ਆਉਂਦਾ। ਇਹ ਨਹੀਂ ਵੀ ਧਨ ਗੁਰੂ ਦੇਣਾ ਨਹੀਂ ਚਾਹੁੰਦਾ, ਪਰ ਧਨ ਹੋਵੇ, ਰਾਜ ਭਾਗ ਹੋਵੇ, ਇਹਦਾ ਹੰਕਾਰ ਨਾ ਹੋਵੇ, ਇਹ ਤੇ ਪਾਪ ਹੈ। ਮਨ ਦਾ ਵਿਕਾਰ ਨਾਲ ਜੁੜ ਜਾਣਾ, ਸੱਚ ਤੋਂ ਟੁੱਟ ਜਾਣਾ, ਇਹੀ ਪਾਪ ਹੈ। ਜਦੋਂ ਗੁਰੂ ਅਮਰਦਾਸ ਪਾਤਸ਼ਾਹ ਨੂੰ ਕੋਈ ਮਿਲਦਾ ਹੈ, ਬਸ ਉਸ ਦਾ ਮਨ ਸੱਚ ਨਾਲ ਜੁੜ ਕੇ ਤੇ ਅੰਦਰੋਂ ਪਾਪਾਂ ਦੇ ਬੋਝ ਤੋਂ ਖਾਲੀ ਹੋ ਜਾਂਦਾ ਹੈ। ਉਸ ਮਨ ਵਿੱਚੋਂ ਸੱਚ ਦੀ ਆਵਾਜ਼ ਆਉਂਦੀ ਹੈ, ਗੁਰੂ ਅਮਰਦਾਸ ਪਰਸੀਐ ਪਹੁਮ ਪਾਤਕ ਬਿਨਾਸੈ, ਗੁਰੂ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸੈ। ਕੱਲ ਆਪਾਂ ਇੱਥੋਂ ਤੱਕ ਇਸ ਦੂਸਰੇ ਪਦਾਰਥ ਦੀ ਮੰਗ ਕਰ ਰਹੇ ਸਾਂ। ਅੱਗੇ ਪਦਾਰਥ ਆਉਂਦਾ, ਗੁਰੂ ਅਮਰਦਾਸ ਪਰਸੀਐ ਧਿਆਨ ਲਈਐ ਪਉ ਮੁਕੈ, ਗੁਰੂ ਅਮਰਦਾਸ ਪਰਸੀਐ ਅਪਾਉ ਲੱਭੈ ਗਉ ਚੁਕੈ। ਗੁਰੂ ਅਮਰਦਾਸ ਪਰਸੀਐ ਧਿਆਨ ਲਈਐ ਪਹੁ ਮੁਕੈ, ਗੁਰੂ ਅਮਰਦਾਸ ਪਰਸੀਐ ਅਪਾਉ ਲੱਭੈ ਗਉ ਚੁਕੈ। ਇੱਕ ਬਿਨ ਦੁੱਗਣ ਜੋ ਤੋ ਰਹਿ ਜਾਸ ਮੰਤਰ। ਇਹ ਆਪਣੇ ਆਪ ਦੇ ਵਿੱਚ ਅਲੱਗ-ਅਲੱਗ ਪਦਾਰਥ ਨੇ, ਆਪਾਂ ਨਾਲ ਨਾਲ ਮੰਗਣੀ। ਗੁਰੂ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸੈ। ਸਿੱਧ ਹੁੰਦਾ ਇੱਕ ਸਫਲ ਜ਼ਿੰਦਗੀ, ਸਾਧਕ ਹੁੰਦਾ ਸਾਧਨਾ ਕਰਨ ਵਾਲੇ। ਜੋ ਸਾਧਨਾ ਕਰਨ ਵਾਲੇ ਨੇ ਉਹ ਵੀ ਤੁਹਾਡੀ ਅਸਾਸ ਹੈ, ਲੋਚ ਤੜਪ ਅੰਦਰ ਰੱਖਦੇ ਨੇ, ਆਸ ਰੱਖਦੇ ਨੇ ਕਿ ਅਸੀਂ ਸਾਧਨਾ ਵਿੱਚ ਸਫਲ ਹੋ ਜਾਈਏ। ਤੇ ਜਿਹੜੇ ਸਾਧਕ ਸਾਧਨਾ ਵਿੱਚ ਸਫਲ ਸਿੱਧ ਹੋ ਗਏ ਨੇ, ਉਹ ਵੀ ਤੁਹਾਡੀ ਤੜਪ ਵਿੱਚ ਨੇ, ਉਹ ਵੀ ਇੱਕ ਆਸ ਤੁਹਾਡੇ ਤੇ ਬਣਾ ਕੇ ਰੱਖਦੇ ਨੇ ਕਿ ਮਹਾਰਾਜ ਤੁਹਾਡੀ ਕਿਰਪਾ ਰਹੂ। ਤੁਹਾਡੀ ਕਿਰਪਾ ਤੋਂ ਬਿਨਾਂ ਇੱਕ ਸਫਲ ਜ਼ਿੰਦਗੀ ਵੀ ਸਫਲ ਮੁਕਾਮ ਤੱਕ ਨਹੀਂ ਪਹੁੰਚੇਗੀ। ਸਫਲ ਹੋ ਕੇ ਵੀ ਕਈ ਵਾਰ ਸਫਲਤਾ ਨਹੀਂ ਹੱਥ ਆਉਂਦੀ। ਹੁਣ ਵੇਖੋ, ਐਸੇ ਬਚਨ ਮਹਾਰਾਜ ਨੇ ਬਾਣੀ 'ਚ ਬਹੁਤਾਤ ਵਾਰੀ ਜ਼ਿਕਰ ਕੀਤਾ ਹੈ। ਐਸੇ ਬਚਨਾਂ ਦਾ ਸੋਰਠ ਰਾਗ ਦਾ ਸ਼ਬਦ ਹੈ, ਜਿਸ ਵਿੱਚ ਇੱਕ ਬ੍ਰਹਮ ਅਵਸਥਾ ਦਾ ਜ਼ਿਕਰ ਹੈ। ਤੇ ਜਦੋਂ ਏਡੀ ਉਚੇਰੀ ਅਵਸਥਾ ਪ੍ਰਾਪਤ ਹੋਈ ਤੇ ਅਖੀਰ ਵਿੱਚ ਇੱਕ ਮੋਹਰ ਲਾ ਦਿੰਦੇ ਨੇ ਗੁਰੂ ਤੇਗ ਬਹਾਦਰ ਜੀ। ਇਹ ਸ਼ਬਦ ਪੜ੍ਹੀਏ ਤੇ ਫਿਰ ਅਰਦਾਸ ਕਰੀਏ ਕਿ ਸਾਧਨਾ ਵਾਲਾ ਵੀ ਅਸਾਸ ਹੈ ਗੁਰੂ ਦੀ ਆਸ ਵਿੱਚ, ਤੜਪ ਵਿੱਚ, ਤੇ ਜੋ ਸਾਧਨਾ ਕਰਕੇ ਸਫਲ ਹੋ ਗਿਆ ਉਹ ਵੀ ਗੁਰੂ ਦੀ ਆਸ ਵਿੱਚ। ਕਿੰਨੀ ਕੁ ਲੋੜ ਹੈ ਮੈਨੂੰ ਗੁਰੂ ਦੀ। ਸੋਰਠ ਮਹੱਲਾ ਨਾਵਾਂ। ਇਹ ਸ਼ਬਦ ਤਕਰੀਬਨ ਬਹੁਤਿਆਂ ਨੂੰ ਯਾਦ ਹੈ, ਪੜ੍ਹੋ ਮੇਰੇ ਨਾਲ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜੰਗ ਕੈ ਕੰਚਨ ਮਾਟੀ ਮਾਨੈ। ਰਹਾਓ। ਨਹਿ ਨਿੰਦਿਆ ਨਹਿ ਉਸਤਤ ਜੰਗ ਕੈ ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੂ ਨਾਹੀ ਮਾਨ ਅਪਮਾਨਾ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜੇ ਪਰਸੈ ਨਾਹੀਂ ਤੇ ਘਟ ਬ੍ਰਹਮ ਨਿਵਾਸਾ। ਹੁਣ ਇਹ ਅਵਸਥਾ ਦਾ ਜ਼ਿਕਰ ਹੈ, ਪਰ ਅੱਗੇ ਕੀ ਕਹਿੰਦੇ ਨੇ? ਅੱਗੇ ਫਿਰ ਗੁਰੂ ਦਾ ਨਾਂ ਹੈ। ਕਹਿੰਦੇ ਨੇ ਕੋਈ ਦੁੱਖ ਦੀ ਘੜੀ ਵਿੱਚ ਅੰਦਰੋਂ ਦੁਖੀ ਨਹੀਂ ਹੋਇਆ। ਇਹ ਨਹੀਂ ਵੀ ਉਹਨੇ ਆਖਿਆ ਦੁੱਖ ਆਵੇ ਨਾ, ਤੇਰੀ ਰਜ਼ਾ ਹੈ। ਮੇਰੇ ਕਿਹਾ ਤੇਰੀ ਰਜ਼ਾ ਟਲ ਨਹੀਂ ਜਾਣੀ। ਜੇ ਜਨਮ ਤੇਰੀ ਰਜ਼ਾ ਵਿੱਚ ਹੈ ਤੇ ਮੌਤ ਵੀ ਤੇਰੀ ਰਜ਼ਾ ਵਿੱਚ ਹੈ। ਜੇ ਸੁਖ ਤੇਰੀ ਰਜ਼ਾ ਵਿੱਚ ਹੈ, ਦੁੱਖ ਵੀ ਤੇਰੀ ਰਜ਼ਾ ਵਿੱਚ ਹੈ। ਏਡੀ ਉਚੇਰੀ ਅਵਸਥਾ ਬਣ ਜਾਣੀ। ਤੇ ਮੈਂ ਬੇਨਤੀ ਕਰਾਂ ਜਿਹੜੇ ਇਸ ਅਵਸਥਾ ਤੱਕ ਪੁੱਜੇ ਸਨ ਨਾ, ਪੰਥਕ ਅਰਦਾਸ ਵਿੱਚ ਧਿਆਨ ਉਹਨਾਂ ਦਾ ਧਰਾਇਆ ਗਿਆ ਤਾਂ ਕਿ ਸਿੱਖੀ ਪਰਪੱਕ ਹੋਵੇ। ਅਸੀਂ ਕਈ ਵਾਰ ਪੁੱਛਦੇ ਹਾਂ ਜੀ ਧਿਆਨ ਕਿੱਥੇ ਧਰੀਏ? ਵਾਹਿਗੁਰੂ ਮਿਹਰ ਕਰੇ
ਅਸੀਂ ਸਮਝੀਏ ਕਿ ਧਿਆਨ ਕਿੱਥੇ ਧਰਨਾ ਹੈ, ਕਿਉਂਕਿ ਅੱਜ ਧਿਆਨ ਧਰਵਾਉਣ ਵਾਲੇ ਹੋਰ ਪਾਸੇ ਧਰਾਉਂਦੇ ਧਰਾਉਂਦੇ ਉਹ ਆਪਣੇ ਤੱਕ ਹੀ ਧਿਆਨ ਰਖਾਉਂਦੇ ਨੇ। ਮਹਾਰਾਜ ਮਿਹਰ ਕਰੇ ਵੀ ਜਿੱਥੇ ਪੰਥ ਨੇ ਧਿਆਨ ਧਰਵਾਇਆ ਨਾ, ਸਾਡਾ ਪੰਥਕ ਅਰਦਾਸ ਵਿੱਚ ਧਿਆਨ ਧਰਵਾਇਆ ਜਾਂਦਾ, ਉਧਰ ਧਿਆਨ ਧਰੀਏ, ਆਤਮਿਕ ਅਵਸਥਾ ਉੱਚੀ ਹੋਵੇਗੀ। ਕਿੱਧਰ ਧਿਆਨ ਧਰਾਇਆ ਜਾਂਦਾ ਹੈ? ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ, ਇਸ ਅਵਸਥਾ ਵਾਲੇ ਸਨ ਹੈ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਰੁਕਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਸੰਭਾਲੀ, ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾ ਸਵਾਸਾ ਸੰਗ ਨਿਭਾਇਆ, ਤਿੰਨਾਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਇੱਧਰ ਕੋਈ ਨਹੀਂ ਧਿਆਨ ਧਰਾਉਣ ਲਈ ਤਿਆਰ। ਹਰ ਬੰਦਾ ਕਹਿੰਦਾ ਇੱਧਰ ਧਿਆਨ ਧਰਿਓ ਜਾਂ ਸਾਡੇ ਡੇਰੇ ਵਾਲੇ ਪਾਸੇ ਆਇਓ। ਜਿਨ੍ਹਾਂ ਨੇ ਬੰਦ ਬੰਦ ਕਟਾ ਲਿਆ, ਖੋਪਰੀਆਂ ਲੁਕਾ ਲਈਆਂ, ਸਿੱਖੀ ਦੀ ਸ਼ਾਨ ਬਣ ਗਏ, ਉਧਰ ਧਿਆਨ ਗੁਰੂ ਕੇ ਪਿਆਰਿਓ ਧਰਨਾ। ਕਿਉਂਕਿ ਉਸ ਧਿਆਨ ਵਿੱਚ ਜੇ ਭਾਈ ਮਤੀ ਦਾਸ ਦਾ ਧਿਆਨ ਧਰਿਆ ਜਾਏਗਾ, ਭਾਈ ਸਤੀ ਦਾਸ ਦਾ ਧਿਆਨ ਧਰਿਆ ਜਾਏਗਾ, ਭਾਈ ਦਿਆਲੇ ਦਾ ਧਿਆਨ ਧਰਿਆ ਜਾਏਗਾ, ਭਾਈ ਮਨੀ ਸਿੰਘ ਦਾ ਧਿਆਨ ਧਰਿਆ ਜਾਏਗਾ, ਭਾਈ ਤਾਰੂ ਸਿੰਘ ਦਾ ਧਿਆਨ ਧਰਿਆ ਜਾਏਗਾ, ਉੱਥੇ ਕੇਸ ਰੱਖੇ ਜਾਣੇ ਨੇ, ਸਿੱਖੀ ਪਰਪੱਕ ਹੋ ਜਾਣੀ। ਇੱਧਰ ਧਿਆਨ ਨਹੀਂ ਹੋਣ ਦਿੰਦੇ। ਮੈਂ ਬੇਨਤੀ ਕਰਾਂ, ਸ਼ਬਦ ਵਿੱਚੋਂ ਆਪਾਂ ਉਹਨਾਂ ਦੇ ਦਰਸ਼ਨ ਕਰਨੇ ਨੇ ਜਿਹੜੇ ਸ਼ਬਦ ਦੇ ਅਨੁਸਾਰ ਪੂਰਨ ਤੌਰ ਤੇ ਪ੍ਰਮਾਣ ਚੜ ਚੁੱਕੇ, ਤੇ ਫਿਰ ਉਹ ਪੂਰਨ ਤੌਰ ਤੇ ਪ੍ਰਮਾਣ ਚੜ ਚੁੱਕਿਆਂ ਕੋਲੋਂ ਪੁੱਛਣਾ ਹੈ, ਦੱਸੋ ਗੁਰੂ ਦੀ ਵਡਿਆਈ ਕੀ ਹੈ? ਉਹ ਦੱਸਣਗੇ ਗੁਰੂ ਦੀ ਵਡਿਆਈ ਕੀ ਹੈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਦੁੱਖ ਆਇਆ ਪਰ ਦੁੱਖ ਦੀ ਘੜੀ ਵਿੱਚ ਉਹ ਦੁਖੀ ਨਹੀਂ ਹੋਇਆ। ਇੱਕ ਵਿਦਵਾਨ ਕੁਝ ਅੱਖਰਾਂ ਨਾਲ ਮਹਿਮਾ ਕਰਦਾ ਹੈ, ਉਹ ਕਹਿੰਦਾ, ਹਜ਼ੂਮ ਗਮ मेरी फितरत बदल नहीं सकते, मैं क्या करूं, मेरी आदत है मुस्कुराने की। मेरी मुस्कुराहट नूं गमां दे हजूम खो नहीं सकते, नहीं खो सके। जिहड़े सच नाल जुड़ गए सन, उन्हां दी मुस्कुराहट नूं नहीं खो सके। उन्हां दे चेहरे, उन्हां वास्ते महाराज कहंदे ने, नानक भगतां सदा पढ़ो, क्योंकि ये दात महाराज दे घरों मंगनी है। नानक भगतां सदा विगास, सुनिया दुख पाप का नास। वो विगास, वो खेड़ा जिहड़ा सच नाल जुड़ के मिलदा, वो कदी नहीं खत्म होंदा। जो नर जिहड़ा मनुख दुख मैं दुख नहीं माना है, जिन्ने दुख नूं दुख मन्ने ही नहीं है, भाव उत्थे दुख हार गए। सुख स्नेह, सुख नाल कोई प्यार नहीं, अर भय नहीं जानता, कोई उन्होंने डर नहीं। कंचन माटी मन है, उन्हें सोने नूं मिट्टी कर जाने। इहदा भाव बहुत कुछ पा लिया। कबीर साहब कहते हैं, जिथे पा लिया है ना, उथे डोलना मुक जाता है। कबीर साहब के बचन ना, कहो कबीर छूछा घट बोलै, भरिया होए सो कबहू ना डोलै। ਜਿਹੜਾ ਘਟ ਘੜਾ ਖਾਲੀ ਹੋਵੇ ਉਹ ਸੱਜੇ ਖੱਬੇ ਡੋਲੇਗਾ ਨਾ, ਤੇ ਜਦੋਂ ਪਾਣੀ ਨਾਲ ਭਰ ਜਾਏ ਟਿਕ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਕੋਈ ਡਰ ਭੌ ਦੀਆਂ ਗੱਲਾਂ ਜ਼ਬਾਨ ਤੋਂ ਬੋਲੇ, ਜਾਂ ਲੋਭ ਲਾਲਚ ਦੀ ਗੱਲ ਬੋਲੇ, ਦੁੱਖ ਦੇ ਵਿੱਚ ਸਹਿਮ ਜਾਏ, ਡੋਲੇ, ਇਹਦਾ ਭਾਵ ਖਾਲੀ ਅੰਦਰ ਕੁਝ ਨਹੀਂ ਪਾਇਆ, ਖਾਲੀ ਹੈ। ਤੇ ਜਦੋਂ ਅੰਦਰ ਭਰ ਜਾਂਦਾ ਹੈ, ਉਹ ਕਦੀ ਡੋਲਦਾ ਹੀ ਨਹੀਂ। ਉਹ ਅਡੋਲ ਅਵਸਥਾ ਦਾ ਜ਼ਿਕਰ ਹੈ। ਮਹਾਰਾਜ ਕਹਿੰਦੇ ਨੇ, ਅਰ ਭੈ ਨਹੀਂ ਜਾਂਕੈ ਕੰਚਨ ਮਾਟੀ ਮਨ, ਉਹਨੇ ਸੋਨੇ ਨੂੰ ਮਿੱਟੀ ਕਰ ਜਾਂਦਾ। ਨਹਿ ਨਿੰਦਿਆ ਨਹਿ ਉਸਤਤ ਜਾਂਕੈ, ਕਿਸੇ ਨੇ ਉਸ ਦੀ ਨਿੰਦਿਆ ਕੀਤੀ ਤੇ ਪਰਵਾਹ ਨਹੀਂ। ਮਹਾਤਮਾ ਬੁੱਧ किसी नगर च पहुंचे ते उतों कुछ मंगे पेट वास्ते। वो जिहड़ा सज्जन बाहर निकलिया, उन्हें कुछ भोजन देने की थां गालां कढ़नियां शुरू कर दी। महात्मा बुद्ध उतों चल पे। रस्ते विच उन्हां दे नाल जो उन्हां दा रिश्तेदार भरा है आनंद, वो तुरदा जा रहा है, तो महात्मा बुद्ध उसके चेहरे वाल वेखते हैं
ਤੇ ਉਸਦੇ ਚਿਹਰੇ ਨੂੰ ਵੇਖ ਕੇ ਕਹਿੰਦੇ ਨੇ ਆਨੰਦ, ਇੰਜ ਲੱਗਦਾ ਤੂੰ ਥੱਕ ਗਿਆ। ਕਹਿੰਦਾ ਨਹੀਂ ਜੀ, ਮੈਂ ਤੁਹਾਡੇ ਨਾਲ ਸਫ਼ਰ ਕਰਦਾ ਤੇ ਨਹੀਂ ਥੱਕਿਆ, ਪਰ ਤੁਸੀਂ ਮੇਰਾ ਚਿਹਰਾ ਵੇਖ ਕੇ ਜੋ ਅਨੁਮਾਨ ਲਗਾਇਆ ਥੱਕ ਗਿਆ। ਮੈਂ ਥੱਕਿਆ ਹਾਂ, ਪਰ ਇਸ ਗੱਲ ਤੋਂ ਥੱਕਿਆ ਕਿ ਅਸੀਂ ਜਿਨ੍ਹਾਂ ਦੇ ਕੋਲ ਗਏ, ਤੁਸੀਂ ਤਾਂ ਉਹਨਾਂ ਨੂੰ ਕੁਝ ਮਾੜਾ ਬੋਲਿਆ ਨਹੀਂ, ਉਹਨਾਂ ਤੁਹਾਨੂੰ ਗਾਲਾਂ ਦਿੱਤੀਆਂ ਨੇ। ਤੇ ਮਹਾਤਮਾ ਬੁੱਧ ਕਹਿੰਦਾ ਕਿਹੜੀਆਂ ਗਾਲਾਂ? ਮਹਾਤਮਾ ਬੁੱਧ ਕਹਿੰਦੇ ਕਿਹੜੀਆਂ ਗਾਲਾਂ? ਮੈਂ ਤੇ ਲਈਆਂ ਹੀ ਨਹੀਂ। ਤੂੰ ਕਹਿੰਦਾ ਦਿੱਤੀਆਂ ਨੇ, ਮੈਂ ਲਈਆਂ ਹੀ ਨਹੀਂ ਹੈਗੀਆਂ, ਮੇਰੇ ਕੋਲ ਹੈ ਹੀ ਨਹੀਂ। ਮੈਂ ਉਹਨਾਂ ਕੋਲ ਭੋਜਨ ਮੰਗਿਆ ਸੀ, ਉਹਨਾਂ ਨਹੀਂ ਦਿੱਤਾ, ਉਹ ਕੁਝ ਹੋਰ ਦੇਣਾ ਚਾਹੁੰਦੇ ਸਨ, ਮੈਂ ਲਿਆ ਹੀ ਨਹੀਂ ਹੈਗਾ। ਤੂੰ ਕਿਉਂ ਉਦਾਸ ਤੇ ਕਿਉਂ ਪਰੇਸ਼ਾਨ ਤੇ ਕਿਉਂ ਤੂੰ ਥੱਕਿਆ ਥੱਕਿਆ ਚਿਹਰੇ ਤੋਂ ਨਜ਼ਰ ਆਉਣਾ? ਖੁਸ਼ ਰਿਹਾ ਕਰ। ਜਦੋਂ ਕੋਈ ਸ਼ਬਦ ਨਾਲ ਜੁੜਦਾ ਹੈ, ਉੱਥੇ ਇੱਕ ਅਵਸਥਾ ਬਣਦੀ ਹੈ, ਕੂੜ ਕੀ ਸੋਏ ਪਹੁੰਚੈ ਨਹੀਂ। ਸੋਏ ਹੁੰਦੀ ਹੈ ਖਬਰ। ਜਦੋਂ ਕੋਈ ਸੱਚ ਦੇ ਵਿੱਚ ਅੰਦਰੋਂ ਭਿੱਜ ਜਾਂਦਾ ਹੈ, ਉੱਥੇ ਤੇ ਕੂੜ ਦਾ ਪ੍ਰਭਾਵ ਜਾਂਦਾ ਹੀ ਨਹੀਂ ਹੈ। ਜਿਸ ਗੁਰੂ ਅਮਰਦਾਸ ਜੀ ਦੀ ਆਪਾਂ ਵਡਿਆਈ ਕਰਦੇ ਪਿਆ, 25 ਮਈ ਨੂੰ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਹੈ, ਉਹ ਸਾਹਿਬ ਦੇ ਦਰ ਦਰਵਾਜ਼ੇ ਤੇ ਹਰੀ ਰਾਮ ਤਪਾ ਇੱਕ ਇਹੋ ਜਿਹਾ ਸੈਯਦ ਨੂੰ ਭੇਜਦਾ ਹੈ, ਜਿਹੜਾ ਸੈਯਦ ਉਸ ਦਾ ਪੜ੍ਹਾਇਆ ਲਿਖਾਇਆ, ਉਹ ਹਰੀ ਰਾਮ ਤਪੇ ਦਾ ਹੀ ਜ਼ਿਕਰ ਹੈ ਗੁਰਬਾਣੀ 'ਚ। ਤਪਾ ਨਾ ਹੋਵੇ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੈ ਜਜਮਾਲਿਆ। ਆਪਾਂ ਪੜ੍ਹਦੇ ਹਾਂ, ਇਹ ਹਰੀ ਰਾਮ ਤਪਾ ਸੀ। ਤੇ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਨਾਲ ਈਰਖਾ ਰੱਖਦਾ ਸੀ ਹਰੀ ਰਾਮ ਤਪਾ। ਇਹਨੇ ਇੱਕ ਸੈਯਦ ਭੇਜਣਾ ਤੇ ਉਹਨੂੰ ਸਿਖਾ ਕੇ ਭੇਜਣਾ ਵੀ ਮਹਾਰਾਜ ਨੂੰ ਭਾਵੇਂ ਸਾਰੇ ਮੱਥਾ ਟੇਕਣ, ਪਰ ਤੂੰ ਨਹੀਂ ਮੱਥਾ ਟੇਕਣਾ, ਤੂੰ ਮਹਾਰਾਜ ਨੂੰ ਭੈੜੇ ਬੋਲ ਬੋਲਣੇ। ਇਹਨੇ ਆਉਣਾ, ਨਾ ਮੱਥਾ ਟੇਕਣਾ ਤੇ ਭੈੜੇ ਬੋਲ ਬੋਲਣੇ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਹੱਥਾਂ ਨਾਲ ਇਹਨੂੰ ਲੰਗਰ ਛਕਾਉਣਾ। ਤੇ ਫਿਰ ਦਰ ਦਰਵਾਜ਼ੇ ਆਏ ਨੂੰ ਦਰਵਾਜ਼ੇ ਤੱਕ ਛੱਡ ਕੇ ਆਉਣਾ ਤੇ ਫਿਰ ਆਖਣਾ ਸੈਯਦ ਜੀ ਕੱਲ ਨੂੰ ਆ ਜਾਇਓ ਜੀ। ਇੱਕ ਦਿਨ ਮਹਾਰਾਜ ਪਾਤਸ਼ਾਹ ਨੂੰ ਸਿੱਖ ਆਖਣ ਲੱਗੇ, ਮਹਾਰਾਜ ਇਹ ਆ ਕੇ ਬੁਰਾ ਬੋਲਦਾ, ਮੱਥਾ ਨਹੀਂ ਟੇਕਦਾ, ਤੁਸੀਂ ਲੰਗਰ ਛਕਾਉਂਦੇ ਹੋ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਇਹਦਾ ਆਪਣਾ ਸੁਭਾਅ ਹੈ, ਸਾਡਾ ਆਪਣਾ ਸੁਭਾਅ ਹੈ। ਇਹ ਆਪਣਾ ਸੁਭਾਅ ਨਹੀਂ ਬਦਲਦਾ, ਅਸੀਂ ਆਪਣਾ ਕਿਉਂ ਬਦਲ ਦਈਏ? ਇਹਦੇ ਪਿੱਛੇ ਲੱਗ ਕੇ ਬਦਲੀਏ। ਇਹ ਇੱਕ ਅਵਸਥਾ ਹੈ ਅੰਦਰ ਦੀ, ਤੇ ਇਹ ਅਵਸਥਾ ਵੇਖੋ ਇੱਥੋਂ ਤੱਕ ਪੁੱਜ ਜਾਣਾ, ਤੇ ਇੱਥੋਂ ਤੱਕ ਪੁੱਜ ਕੇ ਹਾਲੀ ਅੱਗੇ ਗੁਰੂ ਦੀ ਗੱਲ ਪਈ ਹੈ। ਇਹ ਸ਼ਬਦ ਨੂੰ ਹੁਣ ਫਿਰ ਦੁਬਾਰਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ ਰਹਾਉ, ਨਹਿ ਨਿੰਦਿਆ ਨਹਿ ਉਸਤਤ ਜਾਂਕੈ, ਲੋਭ ਮੋਹ ਅਭਿਮਾਨਾ। ਫਿਰ ਮਹਾਰਾਜ ਕਹਿੰਦੇ ਨੇ ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ। ਨਿੰਦਿਆ ਉਸਤਤ ਤੋਂ, ਮਾਨ ਅਪਮਾਨ ਤੋਂ ਰਹਿਤ ਹੋਣਾ ਬੜੀ ਔਖੀ ਖੇਡ ਹੈ। ਨਾਹੇ ਮਾਨ ਅਪਮਾਨਾ, ਆਸਾ ਮਨਸਾ ਮਨ ਦੇ ਅੰਦਰੋਂ ਆਸਾਵਾਂ ਤਿਆਗ ਦੇਣੀਆਂ, ਮਨਸਾ ਮਨ ਦੇ ਫੁਰਨੇ ਅੰਦਰੋਂ ਖਤਮ ਹੋ ਜਾਣੇ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ। ਜਗਤ ਤੋਂ ਕੋਈ ਆਸ ਤੋਂ ਰਹਿਤ ਹੋ ਕੇ ਰਹਿਣਾ, ਕੋਈ ਆਸ ਨਹੀਂ। ਅੰਦਰੋਂ ਇੱਕ ਆਸ ਰੱਬ ਦੇ ਉੱਤੇ ਬਣਾ ਕੇ ਰਹਿਣਾ। ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜੇ ਪਰਸੈ ਨਾਹਿਨ। ਕੋਈ ਵਿਕਾਰ ਉਹਨੂੰ ਸਪਰਸ਼ ਨਹੀਂ ਕਰਦਾ। ਕਾਮ ਕ੍ਰੋਧ ਜੇ ਪਰਸੈ ਨਾਹਿਨ, ਤੇ ਘਟ ਬ੍ਰਹਮ ਨਿਵਾਸਾ। ਉਹਦੇ ਅੰਦਰ ਹਰ ਵਕਤ ਬ੍ਰਹਮ ਦਾ ਵਾਸਾ ਹੈ, ਬ੍ਰਹਮ ਦੀ ਬੰਦਗੀ ਕਰਦਾ। ਪਰ ਕਹਿੰਦੇ ਨੇ ਇਹ ਅਵਸਥਾ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ ਉਦੋਂ ਹੀ ਬਣਦੀ ਏ ਜਦੋਂ ਗੁਰ ਕਿਰਪਾ ਜੇ ਨਾਲ। ਇਹ ਆਪਣੇ ਆਪ ਬਣਾਇਆ ਨਹੀਂ, ਇਹ ਅਵਸਥਾ ਗੁਰ ਕਿਰਪਾ ਜਿਹੇ ਨਰ ਕੋ ਕੀਨੀ। ਫਿਰ ਕਹਿੰਦੇ ਨੇ ਤੇ ਇਹ ਜੁਗਤ ਪਛਾਨੀ, ਉਸ ਨੇ ਆ ਜੀਵਨ ਜੀਣ ਦੀ ਜੁਗਤ ਢੰਗ ਨੂੰ ਪਛਾਣਿਆ ਤੇ ਫਿਰ ਮਾਣਿਆ। ਵਰਨਾ ਗੁਰੂ ਤੋਂ ਬਿਨਾ ਇੱਥੋਂ ਤੱਕ ਮੁਕਾਮ ਨਹੀਂ, ਗੁਰੂ ਤੋਂ ਬਿਨਾ ਇਹ ਮੰਜ਼ਿਲ ਨਹੀਂ। ਤੇ ਇੱਥੇ ਪੁੱਜ ਕੇ ਵੀ ਹੁਣ ਪੁੱਛੀਏ ਭੱਟ ਸਾਹਿਬਾਨਾਂ ਦੇ ਕੋਲੋਂ ਇੱਥੋਂ ਤੱਕ ਪੁੱਜ ਕੇ ਵੀ ਗੁਰਮੁਖਾਂ ਨੇ ਅੱਗੇ ਕੀ ਨਾਂ ਲਿਆ? ਕਹਿੰਦੇ ਨੇ ਪੁੱਜ ਕੇ ਵੀ ਖਾਲੀ ਗੁਰੂ ਦੀ ਲੋੜ ਹੈ। ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉ ਪਾਨੀ ਸੰਗ ਪਾਨੀ। ਉਸ ਵਾਹਿਗੁਰੂ ਵਿੱਚ ਅਭੇਦ ਹੋਣ ਵਾਸਤੇ ਤੇ ਉਚੇਰੀ ਅਵਸਥਾ ਵਾਸਤੇ ਜ਼ਰੂਰਤ ਕੀ ਹੈ? ਕਹਿੰਦੇ ਨੇ ਗੁਰੂ ਕਿਰਪਾ ਦੀ ਲੋੜ ਹੈ, ਗੁਰੂ ਪ੍ਰਸਾਦ ਦੀ ਲੋੜ ਹੈ। ਹੁਣ ਜਦੋਂ ਗੁਰੂ ਅਮਰਦਾਸ ਦੀ ਵਡਿਆਈ ਭੱਟ ਸਾਹਿਬਾਨਾਂ ਨੇ ਕੀਤੀ, ਜਾਲਪ ਭੱਟ ਜੀ ਦਾ ਬਚਨ ਹੈ,
गुर अमरदास परसिय पोहम पातक विनाशै। गुर अमरदास परसिय सिद्ध साधक। साधक हुंदा साधना करने वाला, सिद्ध हुंदा साधना करके सफल हो चुका। असासा हुंदा कि एक सफल जिंदगी भी एक तेरी आस विच बैठी है भी मैं सफल तां वां जे गुरु अमरदास तेरी नज़र रहे, वरना मैं सफल हो के भी सफल नहीं। इत्थे आपां गाथा साझी करिए। हजूर गुरु हरगोबिंद पातशाह दे शरणागत है। एक गुरु दे प्यार वाला, उसका नाम है जानी। ते जानी दे अंदर तड़प से रब नूं मिलण दी, ते हर वक्त ओदी जबान तो ये बोल निकलता सी, जानी को जानी मिला दे। जो मिलना उसनों कहना, इस जानी नूं इहदी जान रब मिला दे। ख्वाजा रोशन कश्मीरी इसका मित्र से मिलिया ते उसनों भी कहा मैनू रब मिला दे। ते ख्वाजा रोशन कश्मीरी जिहड़ा वो कहंदा है जे तू रब नूं मिलना चाहुंदा है ना ते फिर गुरु हरगोबिंद पातशाह दे शरणागत जा कीरतपुर साहिब की धरती ते आ गया। हुण महाराज गुरु हरगोबिंद पातशाह का जदों नूरानी चेहरा देखिया, एक टक देखी जाता है ते मुख दे विचों फुरकदे होए हिलदे हुए बुल्लां दे विचों अंदरों एक प्यास ते तड़प दे विचों बोलदा है, जानी को जानी मिला दे। इंज कहंदा गुरु, जानी को जानी मिला दे। सिखां आख्या महाराज ये रब दा मुतलाशी रब नूं मिलना चाहुंदा है ते तुहानूं कहंदा मैनूं रब नूं मिला दे। पातशाह आखण लगे बड़ा बेसबरी नाल वेखदा है, ये परचा सी। कहण लगे कंध कर दिओ। कंध हो गई। कुछ दिनों तो बाद महाराज फिर पुछदे ने हुण जानी दी की पोजीशन, की हाल है उसका। महाराज वो कंध नूं भी चुम के कहंदा जानी को जानी मिला दे। हजूर पातशाह कहण लगे इसनों धन दौलत रुपया दिओ, चला जाएगा। नहीं गया, धन दौलत रुपया पिया है। थोड़े दिनों तो बाद महाराज घोड़े ते सवार होए ते जानी भज के महाराज दे घोड़े दे सुमां नूं हथ लाण लगा। महाराज ने टाप मरवाई, घोड़े चोट लगी, पीछे हो गया। हुण कुछ दिन गुजरे, महाराज कहंदे ने हुण जानी की करदा है। महाराज हली भी प्यार विच भिज के इक्को गल कहंदा है, जानी को जानी मिला दे। हजूर सच्चे पातशाह गुरु हरगोबिंद महाराज कहण लगे उन्हें जानी नूं रब नूं मिलना। जाओ उन्होंने कहो जे जानी नूं रब नूं मिलना चाहुंदा है ते जा दरिया विच छाल मार के मर जा। उठिया भजिया, दरिया विच छाल मारी, सिखां कढ लिया। हजूर पातशाह अज अगों दी जांदे पए ने, जाके जानी नूं हिक ना लाया ते भरे मन दे नाल कहंदे ने, ओ जानी तू ते एडी उच्ची अवस्था वाला हो चुका है, तू आया, तू बेसबरी नाल सानू देखिया, असीं तैनूं देखिया ही नहीं। तेरे मन ते तां असर ना पिया। ख्याल करो भावें रब दे घर आइए तां भी एक पोजीशन हुंदी है भी कोई देखे, यही चीज मारनी। इसे ने सानू रब तो दूर रखे। जदों ये अंदरों चीज मरदी है उदों रब दे नेड़े होईदा भी तू ते परवाह ही नहीं कीती। कंध होई तां तैनूं उज़र मन, जे तैनूं धन दौलत दिता तू वो ना लिया। असीं घोड़े दी पैठ तैनूं मरवाई, तैनूं चोट लगी, तू पिछे हट गया, तां भी तैनूं कोई दुख नहीं। तैनूं दरिया विच छाल मार के मर जाण दा कोई एडी उच्ची अवस्था। जानी तू तो इन्नी उच्ची अवस्था नूं पा चुका है, तू इत्थे की लैण आया। हथ जोड़ के कहन लगा, महाराज आप कहंदे हो मेरी उच्ची अवस्था, मेरी कमाई उच्ची, पर सह महाराज मैनूं अज पता लग्या तेरे सेवक दी कमाई उच्ची नहीं, तेरे कर्म ते रहम उच्ची है, वो मैं तेरे घर च लैना। भावें लख मैं उच्चे कर्म करा, लख भावें उच्ची अवस्था वाला हो जावां, जिन्ना चिर तुसीं कर्म रहम नहीं करोगे उन्ना चिर मैनूं कोई प्राप्ति नहीं कराई। महाराज ने इन्नी उच्ची अवस्था वाले नूं हिक ना ला के आख्या, वाह जानी इथों तक पुज के भी तू खली गुरु नूं मान देना। कहन लगे खोल देखा हर पासे रब, चलका दिता अंदरों बाहरों रब। साडी घालना वड्डी नहीं, धन गुरु ग्रंथ साहिब पातशाह तेरी कर्म ते रहमत वड्डी।
इसे करके गुरु अमरदास दी जालप भट्ट जी महिमा करदियां कहंदे पे ने, गुरु अमरदास परसिया सिद्ध साधक आसास है। गुरु अमरदास जी जिहड़े साधना करन वाले ने वो भी तेरी तड़प ते लोच रखते ने, ते जिहड़े साधना करके सफल हो गए ने वो भी कहंदे ने सफल तां ही होवांगे, तां ही मुकाम ते पुजांगे जे तुहाडी नज़र कर्म साडी चली जावे। ओहदियां नज़रां ते रहमतां गुरु अमरदास दियां आप अगे लेंदे रहना। 25 मई नूं महाराज दा प्रकाश दिहाड़ा आ रहा, महाराज का गुणगान आप नाल करते रहना। भुल चुक तो खिमा करना जी। आओ अगला प्रोग्राम बड़ा सुहावना है, प्यार साहब गुरु घर के प्रबंध पासों हाँ आ गए ने भाई कुलदीप सिंह जी। आप सब नूं पता है कि महाराज की मेहर के पात्र संत अनूप सिंह जी, महाराज की बख्शिश है जिस उत्ते गुरु ग्रंथ साहब के गुरु की संगत की नज़र होवे। एक छोटी जुबान उस वास्ते की महिमा के शब्द कहेगी, महाराज पातशाह रहमतां करन। जिहदे उत्ते गुरु ग्रंथ गुरु पंथ की नज़र है, महाराज होर निवाजन। आओ प्यार सहित अगला आप प्रोग्राम प्यार सहित सुनिए। फतेह बुलाओ। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। ये सन सत्कारयोग ਗਿਆਨੀ ਮਨਜੀਤ ਸਿੰਘ ਜੀ ਲੁਧਿਆਣੇ ਤੋਂ, ਜਿਨ੍ਹਾਂ ਨੇ ਗੁਰਬਾਣੀ ਵਿਚਾਰ ਕਥਾ ਵਿਚਾਰ ਆਪ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕੀਤੇ ਹਨ। ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਉਹਨਾਂ ਦਾ, ਬੜੇ ਵਿਦਵਾਨ ਸੱਜਣ ਹਨ। आओ जो आप जी पता है पंथ के महान कीर्तनी सत्कारयोग संत अनूप सिंह जी जो साडे पहुंचे हैं, उन्होंने सानू जो 1 घंटे वास्ते गुरबाणी कीर्तन आई हाज़री पानी है। आप उन्होंने पासों जो कीर्तन श्रवण करिए। अज के जो इस समागम ने गुरु प्यारे सरदार रणजीत सिंह जी, बीबी कुसुम कौर भाटिया समूह परिवार वालों जो अज के समागम हो रहे हैं, आओ गुरबाणी कीर्तन सत्कारयोग संत अनूप सिंह जी पासों श्रवण करिए जी। वाहिगुरू जी का खालसा, वाहिगुरू जी की फतेह।